Get a little bit of gasoline. Welcome to another grind. I'ma make it burn. I'ma make it burn. I'ma make it burn. I'ma. Hey guys, so मैं एक नवा प्रोग्राम शुरू किया ethical hacking. Okay, just to sharpen your skills, not to do anything bad. Just अपने skills, computing skills sharpen करने वास्ते एक नवा कोर्स मैं शुरू किया, उसका नाम है ethical hacking. ਇਹਦੇ ਵਿੱਚ different छोटे सब parts होंगे, but ਅਸੀਂ start करांगे जिदा कि कोई भी डिग्री है, कोई भी डिप्लोमा है, कोई भी स्टडी है, कोई भी प्रोग्राम है, वो स्टार्ट करना उन्होंने ग्राउंड जीरो तो स्टार्ट करना पड़ता है। इस करके ऐसी आज ग्राउंड जीरो तो स्टार्ट कर रहे हैं। ओके, सो एथिकल हैकिंग, टेस्ट नेटवर्क्स, माइक्रोसॉफ्ट विंडोज ते की वल्नरेबिलिटीज है, ਅਸੀਂ ਕਿਦਾਂ ਵਲਨਰੇਬਿਲਿਟੀਜ਼ ਲੱਭਦੇ ਆ ਜਾਂ ਅਸੀਂ ਕਿਦਾਂ ਉਹਨਾਂ ਨਾਲ ਪਲੇ ਅਰਾਊਂਡ ਕਰ ਸਕਦੇ ਆ, ਨਾਟ ਟੂ ਮੈਂਸ਼ਨ ਮਾਈਂਡਡ, ਜਾਂ ਅਸੀਂ ਉਹਨਾਂ ਨੂੰ ਕਿਦਾਂ ਸਿਕਿਉਰ ਕਰ ਸਕਦੇ ਆ। ਬੂਟਿੰਗ ਪ੍ਰੋਸੈਸ ਕੀ ਹੁੰਦਾ ਆ? what is called booting process? लिनक्स की है, विंडोज की है, ऑपरेटिंग सिस्टम की है बेसिकली। एंड देन बाइनरी लैंग्वेज। देखो, अगर तुसी एथिकल हैकिंग का कोर्स करना चाहते हो या स्टडीज करना चाहते हो, डेफिनेटली तुहानू कंप्यूटर के बारे में नॉलेज होनी चाहिए है, राइट? थोड़ी या बहुती, बट तुहानू कंप्यूटर के बारे में लाजम नॉलेज होनी चाहिए है। ओके, सो ਜਦੋਂ ਅਸੀਂ ਰੀਅਲ ਟਾਈਮ এনवायरमेंट ਦੇ ਵਿੱਚ ਜਾਂਦੇ ਹਾਂ, ਜਦੋਂ ਅਸੀਂ ਰੀਅਲ ਟਾਈਮ ਆਊਟ देयर इन द ਫੀਲਡ, ਜਦੋਂ ਅਸੀਂ ਕਿਸੇ ਰੀਅਲ ਟਾਈਮ ਬਿਜ਼ਨਸ ਦੇ এনवायरमेंट ਵਿੱਚ ਜਾਂਦੇ ਹਾਂ, ਉੱਥੇ 50 ਕੰਪਿਊਟਰ 100 ਕੰਪਿਊਟਰ ਅਟੈਚ ਹੋਇਆ ਹੁੰਦਾ ਇੱਕ ਨੈਟਵਰਕ ਦੇ ਨਾਲ। ਉਸ ਨੈਟਵਰਕ ਨੂੰ ਸਮਝਣਾ, ਉਹਨੂੰ ਇੰਪਲੀਮੈਂਟ ਕਰਨਾ, ਉਹਨੂੰ ਮੋਰ ਸਿਕਿਉਰ ਕਿੱਦਾਂ ਕਰਨਾ। I'm having my tea with the same time on the ground zero. ਜਿੱਦਾਂ ਮੈਂ ਪਹਿਲੇ ਦੱਸਿਆ, ਅੱਜ ਦਾ ਸੈਸ਼ਨ ਅਸੀਂ ਸਭ ਤੋਂ ਪਹਿਲੇ ਚੀਜ਼ ਤੋਂ ਸ਼ੁਰੂ ਕਰਾਂਗੇ, BIOS. Can you see that? I don't know. Let me focus it on. I will publish the digital copy of it. BIOS. So the first part is BIOS. BIOS की है? अगर तुसी कंप्यूटर के बारे में नॉलेज रखते हो तो थानू BIOS की नॉलेज होना जरूरी है। सो आओ ਅਸੀਂ ਸਭ ਤੋਂ ਪਹਿਲੇ ਦੇਖਦੇ ਹਾਂ what is BIOS. BIOS ਦਾ ਕੀ ਕੰਮ ਹੈ? What is, have you heard about BIOS? BIOS. BIOS. Okay. So here we see BIOS. Can you see guys? BIOS. This method explain करना है थानू same paper ते. Stick with me on the same paper. See, this is BIOS. Basic input and output system. Every computer have a chip. ਉਹਦਾ ਤੁਸੀਂ ਜਦੋਂ ਮਦਰਬੋਰਡ ਖੋਲੋਗੇ, ਕੰਪਿਊਟਰ ਨੂੰ ਖੋਲ ਕੇ ਜਦੋਂ ਉਹਦੇ ਪਾਰਟਸ ਦੇਖੋਗੇ, ਇੱਕ ਛੋਟੀ ਜਿਹੀ ਚਿਪ ਜ਼ਰੂਰ ਲੱਗੀ ਹੁੰਦੀ ਹੈ ਹਰ ਕੰਪਿਊਟਰ ਦੇ ਵਿੱਚ, ਉਹਨੂੰ BIOS ਕਿਹਾ ਜਾਂਦਾ ਹੈ, ਜਿਹਦੇ ਵਿੱਚ ਕੰਪਿਊਟਰ ਦਾ ਬ੍ਰੇਨ ਜਿਹੜਾ ਆ, ਜਾਂ ਕੰਪਿਊਟਰ ਦਾ ਤੁਸੀਂ ਕਹਿ ਸਕਦੇ ਹੋ ਕਿ ਜਿਹਦੇ ਵਿੱਚ ਕੰਪਿਊਟਰ ਦੀ ਮੈਮਰੀ ਜਿਹੜੀ ਆ ਉਹ ਭਰੀ ਜਾਂਦੀ ਹੈ। ਕੰਪਿਊਟਰ ਨੂੰ ਦੱਸਿਆ ਜਾਂਦਾ ਕਿ ਕੰਪਿਊਟਰ ਦੇ ਵਿੱਚ ਕਿਹੜੀ ਹਾਰਡ ਡਿਸਕ ਲੱਗੀ ਹੋਈ ਹੈ, ਕਿੰਨੇ GB ਦੀ ਹੈ, ਕਿੰਨੀ RAM ਲੱਗੀ ਹੋਈ ਹੈ, ਕਿਹੜਾ CD ਡਰਾਈਵ ਲੱਗਿਆ, ਕਿਹੜਾ ਪ੍ਰੋਸੈਸਰ ਲੱਗਾ ਆ, ਰਾਈਟ? ਹਰ ਤਰ੍ਹਾਂ ਦੀ ਉਹ ਇਨਫੋਰਮੇਸ਼ਨ ਜਿਹੜੀ ਹੈ ਉਹ BIOS ਦੇ ਵਿੱਚ ਸਟੋਰ ਕਰਕੇ ਰੱਖਦਾ। ਹੁਣ BIOS ਦੇ ਅੰਦਰ ਕਿੱਦਾਂ ਜਾਣਾ? ਜਦੋਂ ਕੰਪਿਊਟਰ ਨੂੰ ਅਸੀਂ ਸਟਾਰਟ ਕਰਦੇ ਹਾਂ, ਹਰ ਕੰਪਿਊਟਰ ਦਾ ਆਪਣਾ ਕੋਈ ਡੈਲ ਦਾ, ਕੋਈ HP ਦਾ, ਹਰ ਕੰਪਿਊਟਰ ਦਾ ਆਪਣਾ ਫੰਕਸ਼ਨ ਹੈ। ਸਟਾਰਟਅਪ ਕਰੋਗੇ, ਤੁਸੀਂ ਦੇਖੋਗੇ ਬਲੈਂਕ ਸਕਰੀਨ ਤੇ ਹਮੇਸ਼ਾ ਲਿਖਿਆ ਆਏਗਾ press 2, press F12, press delete for boot menu, press this for press that. So ਤੁਹਾਨੂੰ ਡੈਫੀਨੇਟਲੀ ਬੂਟ ਦੇ ਬਾਰੇ 'ਚ ਨੌਲੇਜ ਹੋਣੀ ਚਾਹੀਦੀ ਹੈ ਕਿ ਬੂਟ, ਵਾਟ ਇਜ਼ ਬੂਟ ਪ੍ਰੋਸੈਸ। ਬੂਟਿੰਗ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ, ਹੁਣ ਸਾਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਚੀਜ਼ ਦੀ ਜ਼ਰੂਰਤ ਹੈ
ਜਾਂ ਜਿਹਦੇ ਬਾਰੇ 'ਚ ਅਸੀਂ ਟਿੱਪਣੀ ਕਰਨੀ ਹੈ ਉਹ ਹੈ ਬੂਟ। some computer they call it setup menu, some ਕੁਛ ਕਹਿੰਦੇ ਆ, ਕੋਈ ਕੁਛ ਕਹਿੰਦੇ ਆ, ਬਟ ਮੇਨ ਅਸੀਂ ਜਿਹੜਾ ਅੰਦਰ ਜਾਣਾ ਉਹਨੂੰ ਕਹਿੰਦੇ ਬੂਟ ਪ੍ਰੋਸੈਸ। ਬੂਟ ਪ੍ਰੋਸੈਸ ਦਾ ਮਤਲਬ ਹੈ ਜਦੋਂ ਕੰਪਿਊਟਰ ਸਟਾਰਟ ਹੋਵੇ, ਸਟਾਰਟ ਤੋਂ ਉਹਦਾ ਸਟਾਰਟਿੰਗ ਪੁਆਇੰਟ ਹੈ ਜਿਹੜਾ ਉਹ ਕਿੱਥੋਂ ਹੋਵੇ, ਹਾਰਡ ਡਿਸਕ ਤੋਂ ਹੋਵੇ ਜਾਂ USB ਤੋਂ ਹੋਵੇ ਜਾਂ CD ਡਰਾਈਵ ਤੋਂ ਹੋਵੇ। ਓਕੇ, ਕੰਪਿਊਟਰ ਜਦੋਂ ਸਟਾਰਟ ਹੋਵੇ ਸਭ ਤੋਂ ਪਹਿਲਾਂ ਉਹਨੂੰ ਕਿੱਥੋਂ ਉਹਨੂੰ ਜਾਗਣਾ ਚਾਹੀਦਾ ਹੈ। ਉਹ ਜੇ ਉਹਦੇ ਤੇ ਆਪਰੇਟਿੰਗ ਸਿਸਟਮ ਇੰਸਟਾਲਡ ਹੈ, ਕਿੱਥੇ ਹੈ ਉਹ ਆਪਰੇਟਿੰਗ ਸਿਸਟਮ? क्या USB ਤੇ ਹੈ ਉਹ ਡਰਾਈਵ ਤੇ ਹੈ, क्या ਉਹ ਹਾਰਡ ਡਿਸਕ ਤੇ ਹੈ ਜਾਂ CD ਡਰਾਈਵ ਤੇ ਹੈ? ਲੈਟ ਮੀ ਗਿਵ ਯੂ ਐਗਜ਼ਾਮਪਲਸ ਆਫ 3 ਆਫ them। ਮੈਂ ਤੁਹਾਨੂੰ ਤਿੰਨਾਂ ਦੀ ਐਗਜ਼ਾਮਪਲ ਦੇਣਾ one by one। ਓਕੇ, CD ਡਰਾਈਵ ਦੀ ਤੁਸੀਂ ਇੱਥੇ ਦੇਖ ਸਕਦੇ ਹੋ, this is a CD ਡਰਾਈਵ। CD ਡਰਾਈਵ ਜਿਹੜੀ ਹੈ ਉਹ ਲੈਪਟਾਪ ਦੇ ਵਿੱਚ ਇੰਸਟਾਲ ਹੁੰਦੀ ਹੈ, CD ਡਰਾਈਵ। ਓਕੇ, ਸੋ ਬੂਟ ਪ੍ਰੋਸੈਸ ਦੇ ਵਿੱਚ ਅਸੀਂ ਹੁਣੇ ਦੇਖਾਂਗੇ ਬੂਟ ਪ੍ਰੋਸੈਸ ਦੇ ਵਿੱਚ CD ਡਰਾਈਵ। ਕੰਪਿਊਟਰ ਸਟਾਰਟਅਪ ਹੋਣ ਦੇ ਟਾਈਮ ਤੇ ਪੁੱਛਦਾ ਹੈ ਕਿ ਉਹਦਾ ਜਿਹੜਾ ਬ੍ਰੇਨ ਹੈ ਉਹ ਜਦੋਂ ਜਾਗਦਾ ਹੈ ਉਹ ਪੁੱਛਦਾ ਹੈ ਕਿ ਮੈਨੂੰ ਸਟਾਰਟਅਪ ਕਿੱਥੋਂ ਕਰਨਾ ਚਾਹੀਦਾ ਹੈ। ਜਿਹੜੀ CD ਡਰਾਈਵ ਲੱਗੀ ਹੋਈ ਹੈ ਲੈਪਟਾਪ 'ਚ ਜਾਂ ਕੰਪਿਊਟਰ ਦੇ ਵਿੱਚ ਉਹਦੇ ਵਿੱਚੋਂ, ਜਾਂ ਹਾਰਡ ਡਿਸਕ ਡਰਾਈਵ HDD, ਹਾਰਡ ਡਿਸਕ ਡਰਾਈਵ। ਓਕੇ, ਜਾਂ ਹਾਰਡ ਡਿਸਕ ਡਰਾਈਵ ਤੇ ਇੰਸਟਾਲਡ ਹੈ ਉਹ, ਇਹ ਛੋਟੀ ਹਾਰਡ ਡਿਸਕ, ਇਹ ਵੱਡੀ ਹਾਰਡ ਡਿਸਕ। ਓਕੇ, ਸਾਰੀ ਡਿਟੇਲਸ ਹੁੰਦੀਆਂ ਹਾਰਡ ਡਿਸਕ ਦੀ। ਐਂਡ ਸੀਡੀਆਂ ਵਾਲਾ ਜ਼ਮਾਨਾ ਚਲੇ ਗਿਆ, ਇਸ ਕਰਕੇ ਮੈਂ CD ਨਹੀਂ ਪ੍ਰਸਤੁਤ ਕਰ ਪਾਇਆ। CD ਐਂਡ USB ਡਰਾਈਵ। ਅੱਜ ਕੱਲ੍ਹ ਸਾਰੇ ਲੋਕ ਜ਼ਿਆਦਾ ਪ੍ਰੈਫਰ ਕਰਦੇ ਨੇ USB ਬਜਾਏ ਪੁਰਾਣੇ ਜ਼ਮਾਨੇ ਦੀਆਂ ਡਿਸਕ ਡਰਾਈਵ। ਓਕੇ, ਸੋ ਵੀ ਵਰ ਟਾਕਿੰਗ, ਅਸੀਂ ਗੱਲਬਾਤ ਕਰ ਰਹੇ ਸੀ ਬਾਇਓਸ ਦੇ ਬਾਰੇ 'ਚ। ਬਾਇਓਸ, ਸਟਿਲ ਵੀ ਆਰ ਇਨ ਦ ਸੇਮ ਚੈਪਟਰ। ਬਾਇਓਸ, ਕੰਪਿਊਟਰ ਜਦੋਂ ਸਟਾਰਟ ਹੁੰਦਾ ਹੈ, ਕੰਪਿਊਟਰ ਕਹਿੰਦਾ ਹੈ ਕਿ ਮੈਨੂੰ ਕਿੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਆਪਣਾ ਆਪਰੇਟਿੰਗ ਸਿਸਟਮ ਸ਼ੁਰੂ ਕਰਨ ਤੋਂ। ਅਸੀਂ ਕੰਪਿਊਟਰ ਨੂੰ ਡਿਫਾਈਨ ਕਰਦੇ ਹਾਂ ਕਿ ਤੁਸੀਂ ਬੂਟ ਕਰਨ ਦੇ ਟਾਈਮ, ਜਾਗਣ ਦੇ ਟਾਈਮ USB ਤੋਂ ਜਾਂ ਹਾਰਡ ਡਰਾਈਵ ਤੋਂ ਜਾਂ CD ਡਰਾਈਵ ਤੋਂ ਬੂਟ ਕਰੋ। ਅਗਰ ਉਹਨੂੰ ਇੱਕ ਨਹੀਂ ਲੱਭਦੀ ਫਿਰ ਉਹ ਦੂਸਰੇ ਕੋਲ ਜਾਂਦਾ, ਦੂਸਰੀ ਨਹੀਂ ਲੱਭਦੀ ਫਿਰ ਉਹ ਤੀਸਰੇ ਕੋਲ ਜਾਂਦਾ। ਇਹ ਸੀਕੁਐਂਸ ਵੀ ਅਸੀਂ ਬੂਟਿੰਗ ਪ੍ਰੋਸੈਸ ਦੇ ਵਿੱਚ ਸੈੱਟ ਕਰਦੇ ਹਾਂ। ਬੂਟਿੰਗ ਪ੍ਰੋਸੈਸ ਦੇ ਵਿੱਚ ਕਈ ਤਰ੍ਹਾਂ ਦੀਆਂ ਹੋਰ ਸਿਕਿਉਰਿਟੀ ਦੀਆਂ ਫੀਚਰਸ, ਐਡਵਾਂਸ ਫੀਚਰਸ ਸੈਟਅਪ ਕੀਤੀਆਂ ਜਾ ਸਕਦੀਆਂ ਨੇ ਜਾਂ ਹੁੰਦੀਆਂ ਨੇ। ਅਸੀਂ ਉਹਨਾਂ ਦੇ ਬਾਰੇ 'ਚ ਡੀਟੇਲਿੰਗ 'ਚ ਜ਼ਿਆਦਾ ਨਹੀਂ ਗੱਲ ਕਰਾਂਗੇ। ਅਸੀਂ ਸਿੰਪਲ ਬੇਸਿਕ, ਅਸੀਂ ਲਿਨਕਸ ਆਪਰੇਟਿੰਗ ਸਿਸਟਮ ਦੇ ਬਾਰੇ 'ਚ ਹੁਣ ਥੋੜੀ ਜਿਹੀ ਗੱਲ ਕਰਾਂਗੇ, ਵਿੰਡੋਜ਼ ਆਪਰੇਟਿੰਗ ਸਿਸਟਮ ਦੇ ਬਾਰੇ ਥੋੜੀ ਗੱਲ ਕਰਾਂਗੇ। ਅਸੀਂ ਹੁਣ ਆਪਰੇਟਿੰਗ ਸਿਸਟਮ ਦੇ ਬਾਰੇ 'ਚ ਥੋੜੀ ਜਿਹੀ ਗੱਲ ਕਰਾਂਗੇ, ਛੋਟੀ ਜਿਹੀ ਟਿੱਪਣੀ। What is operating system? OS. Operating system is a software, is a piece of software जो कि हार्डवेयर ਦੇ ਉੱਤੇ ਇੰਸਟਾਲ ਕੀਤਾ ਜਾਂਦਾ ਹੈ ਔਰ ਹਿਊਮਨਸ ਵਾਸਤੇ ਇੱਕ ਇੰਟਰਫੇਸ ਦਿੰਦਾ ਹੈ, ਇੱਕ ਤੁਹਾਨੂੰ ਵਿਜ਼ਿਬਿਲਿਟੀ ਦਿੰਦਾ ਹੈ, ਤੁਹਾਨੂੰ ਇੱਕ ਸਕਰੀਨ ਦਿੰਦਾ ਹੈ। ਨੂੰ ਤੁਸੀਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖੀਆਂ ਕਮਾਂਡਸ ਦੇ ਥਰੂ ਉਹ ਹਾਰਡਵੇਅਰ ਜੋ ਹੈ ਉਹਦੇ ਨਾਲ ਟਾਕ ਕਰ ਸਕਦੇ ਹੋ। ਬੇਸਿਕਲੀ ਇੱਕ ਜ਼ਰੀਆ ਹੈ ਜੀ, ਆਪਰੇਟਿੰਗ ਸਿਸਟਮ ਇੱਕ ਜ਼ਰੀਆ ਆ ਜੋ ਹਾਰਡਵੇਅਰ ਲੱਗਾ ਹੈ ਉਹਦੇ ਨਾਲ ਟਾਕ ਕਰਨ ਦਾ। ਹੁਣ ਤੁਹਾਡੇ ਕੰਪਿਊਟਰ ਦੇ ਉੱਤੇ ਜੋ ਹੈ ਉਹ ਤੁਹਾਡਾ ਪ੍ਰਿੰਟਰ ਵੀ ਹੋ ਸਕਦਾ, ਉਹ ਪ੍ਰਿੰਟਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ। ਤੁਹਾਡੇ ਕੰਪਿਊਟਰ ਦੇ ਅਟੈਚ ਜੋ ਵੀ ਹੈ ਉਹ ਹਾਰਡਵੇਅਰ ਅਟੈਚ, ਰਾਈਟ। ਤੁਹਾਡੇ ਕੰਪਿਊਟਰ ਤੇ ਹਾਰਡਵੇਅਰ ਜੋ ਅਟੈਚ ਹੈ ਉਹ ਇੱਕ ਲਾਈਟ ਹੋ ਸਕਦੀ ਹੈ ਤੇ ਮੈਂ ਕੰਪਿਊਟਰ ਨੂੰ ਕਮਾਂਡ ਦੇਵਾਂ ਕਿ ਹਾਂ ਵੀ ਉਹ ਲਾਈਟ ਔਨ ਕਰ ਜਾਂ ਆਫ ਕਰ। ਉਹ ਕਮਾਂਡ ਦੇਣ ਦਾ ਜੋ ਉਹ ਗੱਲਬਾਤ ਕਰਨ ਦਾ ਤਰੀਕਾ ਹੈ ਉਹਨੂੰ ਆਪਰੇਟਿੰਗ ਸਿਸਟਮ ਕਿਹਾ ਜਾਂਦਾ ਜੀ। As far as I know, operating system, a system, an interpreter between a human and machine, an interface between human and machines. It's called operating system. बहुत सारे ऑपरेटिंग सिस्टम अवेलेबल ने कंप्यूटिंग की दुनिया में। ਅਸੀਂ ਸਿਰਫ 2 ਜਾਂ 3 ਦੇ ਬਾਰੇ 'ਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਵਿੰਡੋਜ਼
ਜੋ ਸਾਰਿਆਂ ਨੂੰ ਪਤਾ ਹੈ ਮਾਈਕਰੋਸਾਫਟ ਵਿੰਡੋਜ਼ ਬੜੀ ਮਸ਼ਹੂਰ ਹੈ। ਵਿੰਡੋਜ਼ 98, ਵਿੰਡੋਜ਼ 2000, ਵਿੰਡੋਜ਼ ਬਲਾ ਬਲਾ, ਨਾਓ ਵਿੰਡੋਜ਼ 7 ਸੀਗੀ, ਫਿਰ ਵਿੰਡੋਜ਼ 10 ਹੈ ਜੀ, ਹੁਣ ਅਸੀਂ 10 ਤੇ ਬਲਾ ਬਲਾ XYZ। ਵਿੰਡੋਜ਼ very user friendly interface developed by Microsoft, is a paid software, is a proprietary software ਜੋ ਤੁਸੀਂ ਕਦੇ ਵੀ ਕੰਪਿਊਟਰ ਖਰੀਦਦੇ ਹੋ ਉਹਦੇ ਤੇ ਤੁਸੀਂ ਇੰਸਟਾਲ ਕਰਦੇ ਹੋ ਤੇ ਉਸ ਕੰਪਿਊਟਰ ਦੇ ਨਾਲ ਤੁਸੀਂ ਟਾਕ ਕਰਦੇ ਹੋ। Secondly, there is another operating system called Linux. Linux is a free operating system. There is no fees for it. You can go on internet, download it and install it and use it. No charge, no fees. Microsoft have a fees, license fees. They call it license fees. There is another one. एक हो रहा जी, ਉਹਦਾ ਨਾਮ ਹੈ MAC, Mac operating system. Mac is another proprietary software. ਉਹਦਾ ਹਾਰਡਵੇਅਰ ਤੇ ਸੌਫਟਵੇਅਰ ਟੁਗੇਦਰ ਕੰਮ ਕਰਦੇ ਆ। Mac ਜਦ ਕਿ Linux ਕਿਸੇ ਵੀ ਹਾਰਡਵੇਅਰ ਤੇ ਕੰਮ ਕਰ ਸਕਦਾ ਹੈ। Windows most of hardware से काम कर सकती है, लेकिन Mac is going to work only on Mac. There are certain ways, बहुत सारे तरीके ने different machines ਨੂੰ Mac ਬਣਾ ਕੇ use ਕਰਨ ਦਾ, but Mac basically ਬਣਿਆ for Mac hardware. Okay, coming back to Linux, Windows and Mac. Ethical hacking ਦੇ ਵਿੱਚ ਜਾਂ ਇਸ ਕੋਰਸ ਦੇ ਵਿੱਚ ਜਾਂ ਆਪਣੇ ਸਕਿੱਲਸ ਸ਼ਾਰਪਨ ਕਰਨ ਲਈ ਅਸੀਂ Linux ਕਿਉਂ ਚੂਜ਼ ਕਰਦੇ ਹਾਂ? I choose Linux, we choose Linux, I don't know why we choose Linux, but मैं 2-3 phrase ਦਵਾਂਗਾ। Linux is free operating system. ਦੁਨੀਆ ਦੇ 90% ਤੋਂ ਜ਼ਿਆਦਾ 90% ਤੋਂ ਜ਼ਿਆਦਾ ਸਰਵਰਸ Linux operating system run करते हैं। Okay? Most of ਵੱਡੀਆਂ ਕੰਪਨੀਆਂ ਜਿਹੜੀਆਂ ਨੇ ਐਂਟਰਪ੍ਰਾਈਜ਼ ਲਾਰਜ ਸਕੇਲ ਤੇ ਕੰਮ ਕਰਦੇ ਨੇ ਉਹ Linux ਦਾ ਫ੍ਰੀ ਲਾਇਸੈਂਸਿੰਗ ਦਾ ਫਾਇਦਾ ਲੈਂਦੀਆਂ ਨੇ, ਬਿਕੋਜ਼ ਈਚ ਕੰਪਿਊਟਰ ਜੇ ਤੁਸੀਂ $100 ਪੇ ਕਰਦੇ ਹੋ, $50 ਪੇ ਕਰਦੇ ਹੋ ਮਾਈਕਰੋਸਾਫਟ ਦੇ ਲਾਇਸੈਂਸ ਦਾ, ਤੇ ਮੰਨ ਲਓ ਕਿਸੇ ਕਾਰਪੋਰੇਸ਼ਨ ਵਿੱਚ ਅਗਰ 1000 ਕੰਪਿਊਟਰ ਲੱਗਾ ਉਹਨਾਂ ਨੂੰ 1000 ਕੰਪਿਊਟਰ ਦੇ ਲਾਇਸੈਂਸ ਦੇ ਪੈਸੇ ਦੇਣੇ ਪੈਂਦੇ ਆ, ਵਰਸਸ ਅਗਰ Linux ਕੰਪਿਊਟਰ ਉੱਥੇ ਲੱਗਾ, ਇੱਕ ਸਰਵਰ ਲੱਗਾ ਹੈ ਜਾਂ 1000 ਸਰਵਰ ਲੱਗੇ ਨੇ, ਉਹਨਾਂ ਨੂੰ ਉਸ ਆਪਰੇਟਿੰਗ ਸਿਸਟਮ ਦੇ ਪੈਸੇ ਨਹੀਂ ਦੇਣੇ ਪੈਂਦੇ। ਦੇयर इज नो फीस फॉर लाइसेंस, इट्स फ्री फॉर एवरीवन। पूरा a few years ago Linux CD ਦੇ ਉੱਤੇ ਬਰਨ ਕਰਕੇ Linux ਦੀ ਕਾਪੀ ਜਿਹੜੀ ਹੈ CD ਦੇ ਉੱਤੇ ਪਾ ਕੇ ਤੁਸੀਂ ਕਿਸੇ ਵੀ ਕੰਪਿਊਟਰ ਤੇ ਜਾ ਕੇ, ਜਿੱਦਾਂ ਮੈਂ ਪਹਿਲੇ ਬੂਟਿੰਗ ਪ੍ਰੋਸੈਸ ਦੀ ਗੱਲ ਕੀਤੀ ਹੈ, ਤੁਸੀਂ ਕਿਸੇ ਵੀ ਕੰਪਿਊਟਰ ਤੇ ਜਾ ਕੇ ਉਹ CD ਜਿਹੜੀ ਹੈ ਉਹਦੇ ਵਿੱਚ ਪਾ ਕੇ Linux ਨੂੰ ਇੰਸਟਾਲ ਕੀਤੇ ਬਿਨਾ ਤੁਸੀਂ ਚਲਾ ਸਕਦੇ ਹੋ। ਬੂਟਿੰਗ ਪ੍ਰੋਸੈਸ ਵਿੱਚ ਜਾ ਕੇ ਤੁਸੀਂ CD ਤੋਂ ਬੂਟ ਕਰਦੇ ਹੋ, ਜੇ ਤੁਸੀਂ USB ਦੇ ਵਿੱਚ ਪਾਇਆ ਤੁਸੀਂ USB ਤੋਂ ਬੂਟ ਕਰਦੇ ਹੋ। ਬੂਟ ਪ੍ਰੋਸੈਸ ਵਿੱਚ ਜਾ ਕੇ ਇਸੇ ਕਰਕੇ ਮੈਂ ਬੂਟ ਪ੍ਰੋਸੈਸ ਤੋਂ ਸ਼ੁਰੂ ਕੀਤਾ ਅੱਜ ਦਾ ਇਹ ਸੈਸ਼ਨ। ਐਂਡ ਐਥੀਕਲ ਹੈਕਿੰਗ ਦਾ ਸਭ ਤੋਂ ਫਰਸਟ ਸੈਸ਼ਨ ਇਜ਼ ਯੂ ਮਸਟ ਨੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੂਟਿੰਗ ਪ੍ਰੋਸੈਸ ਕੀ ਹੈ। ਸੋ ਤੁਸੀਂ ਬੂਟਿੰਗ ਸਕਸੈਸਫੁਲੀ ਕਰਾ ਲਈ ਆਪਣੀ CD ਤੋਂ ਜਿਹਦੇ ਵਿੱਚ ਤੁਸੀਂ Linux ਪਾਇਆ। ਹੁਣ ਅਨਦਰ ਚੈਪਟਰ ਮੈਂ ਥੋੜੀ ਜਿਹੀ ਇੱਕ ਚਰਚਾ ਦਵਾਂਗਾ। ਓਕੇ, ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ Linux ਕੀ ਹੈ, Windows ਕੀ ਹੈ, ਆਪਰੇਟਿੰਗ ਸਿਸਟਮ ਹੈ, Mac ਆਪਰੇਟਿੰਗ ਸਿਸਟਮ ਹੈ। ਓਕੇ ਗਾਇਜ਼, ਇਹ ਸੈਸ਼ਨ ਫਿਨਿਸ਼ ਕਰਨ ਤੋਂ ਪਹਿਲਾਂ, ਖਤਮ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਦੇ ਉੱਤੇ ਥੋੜਾ ਐਮਫੇਸਾਈਜ਼ ਕਰਾਂਗਾ, ਥੋੜਾ ਜ਼ੋਰ ਦਿਆਂਗਾ। ਉਹ ਹੈ ਦੇਖੋ, ਜਿੱਦਾਂ ਅਰਲੀਅਰ ਮੈਂ ਗੱਲ ਕੀਤੀ ਹੈ ਕਿ ਪਹਿਲੇ ਜ਼ਮਾਨੇ ਵਿੱਚ ਜਾਂ ਫਿਊ ਈਅਰਸ ਬੈਕ, ਪਹਿਲਾ ਜ਼ਮਾਨਾ ਅਸੀਂ ਇੱਦਾਂ ਕਹਿੰਦੇ ਹਾਂ ਜਿੱਦਾਂ ਜੀ 50 ਸਾਲ ਪਹਿਲੇ, ਜਸਟ ਫਿਊ ਈਅਰਸ ਪਹਿਲੇ, ਫਿਊ ਈਅਰਸ ਬੈਕ CD ਵਾਲਾ ਜ਼ਮਾਨਾ ਹੁੰਦਾ ਸੀ। ਲੋਕ CDs ਯੂਜ਼ ਕਰਦੇ ਸੀ, ਅਸੀਂ ਲੋਕ CDs ਦੇ ਉੱਤੇ ਆਪਰੇਟਿੰਗ ਸਿਸਟਮ ਬਰਨ ਕਰਕੇ ਉਹਨੂੰ ਬੂਟ ਕਰਦੇ ਸੀ। ਲੇਕਿਨ ਅੱਜ ਕੱਲ੍ਹ
USB ਫਲੈਸ਼ ਡਰਾਈਵ ਜਿਹੜੀ ਹੈ ਦਾ ਜ਼ਮਾਨਾ ਹੈ, ਛੋਟੀਆਂ USB ਫਲੈਸ਼ ਡਰਾਈਵਸ ਦਾ ਜ਼ਮਾਨਾ ਹੈ। ਸੋ what we do is ਅਸੀਂ ਆਪਰੇਟਿੰਗ ਸਿਸਟਮ CD ਤੇ ਬਰਨ ਕਰਨ ਦੀ ਬਜਾਏ ਅਸੀਂ USB ਫਲੈਸ਼ ਡਰਾਈਵ ਤੇ ਬਰਨ ਕਰ ਲੈਂਦੇ ਹਾਂ। ਓਕੇ, ਸੋ ਉਹਨੂੰ ਬਰਨ ਕਰਨ ਲਈ ਕਈ ਤਰ੍ਹਾਂ ਦੇ ਟੂਲਸ ਅਵੇਲੇਬਲ ਨੇ। ਤੁਸੀਂ ਆਨਲਾਈਨ ਡਿਫਰੈਂਟ ਟੂਲਸ ਜਿਹੜੇ ਨੇ ਉਹ ਯੂਜ਼ ਕਰ ਸਕਦੇ ਹੋ। ਬਟ ਅੱਜ ਜਿਹੜੀ ਮੈਂ ਐਗਜ਼ਾਮਪਲ ਤੁਹਾਨੂੰ ਇੱਕ ਬੋਨਸ ਟਿਪ ਦੇਣ ਜਾ ਰਿਹਾ ਬਿਫੋਰ ਸੈਸ਼ਨ ਦੀ ਫਿਨਿਸ਼ਿੰਗ ਤੋਂ ਮੈਂ ਤੁਹਾਡੇ ਸਾਹਮਣੇ ਸ਼ੇਅਰ ਕਰਾਂਗਾ। ਦੈਟ ਇਜ਼ ਉਹਦਾ ਨਾਮ ਹੈ ਪਾਵਰ ISO। ਪਾਵਰ ISO ਨੂੰ ਰਾਈਟ ਕਲਿੱਕ ਜਦੋਂ ਇੰਸਟਾਲ ਕਰ ਲੈਂਦੇ ਆ, ਇੰਸਟਾਲ ਕਰਨ ਤੋਂ ਬਾਅਦ ਰਾਈਟ ਕਲਿੱਕ ਕਰਕੇ ਰਨ ਐਜ਼ ਐਡਮਿਨਿਸਟ੍ਰੇਟਰ, ਤੁਸੀਂ ਐਜ਼ ਐਨ ਐਡਮਿਨਿਸਟ੍ਰੇਟਰ ਪਾਵਰ ISO ਨੂੰ ਰਨ ਕਰਦੇ ਹੋ। ਪਾਵਰ ISO ਐਜ਼ ਐਨ ਐਡਮਿਨਿਸਟ੍ਰੇਟਰ ਰਨ ਕਰਨ ਤੋਂ ਬਾਅਦ ਅਸੀਂ ਟੂਲਸ ਦੇ ਵਿੱਚ ਆਉਂਦੇ ਹਾਂ। ਮੈਂ ਇੱਕ USB ਡਰਾਈਵ ਕੰਪਿਊਟਰ ਦੇ ਨਾਲ ਅਟੈਚ ਕੀਤੀ ਹੈ। ਟੂਲਸ ਦੇ ਵਿੱਚ ਆਉਣ ਤੋਂ ਬਾਅਦ ਇੱਥੇ ਇੱਕ ਆਪਸ਼ਨ ਆਉਂਦੀ ਹੈ ਕ੍ਰੀਏਟ ਬੂਟੇਬਲ USB ਡਰਾਈਵ। ਓਕੇ, ਅਸੀਂ ਉਹਨੂੰ ਚੂਜ਼ ਕਰਦੇ ਹਾਂ। ਉਹ ਕਹਿੰਦਾ ਸੋਰਸ ਇਮੇਜ ਫਾਈਲ ਜਿਹੜੀ ਹੈ, ਜਿਹੜੀ ਤੁਸੀਂ ਡਾਊਨਲੋਡ ਕੀਤੀ ਹੈ, ਜੋ ਆਪਰੇਟਿੰਗ ਸਿਸਟਮ ਦੀ ਜਿਹੜੀ ਫਾਈਲ ਹੈ ਉਹ ਕਿੱਥੇ ਹੈ। ਸੋ ਉਹ ਤੁਸੀਂ ਜਿੱਥੇ ਵੀ ਡਾਊਨਲੋਡ ਕੀਤੀ ਹੁੰਦੀ ਹੈ ISO ਫਾਈਲ ਜਿਹੜੀ ਆ ਉਹ ਕੰਪਿਊਟਰ ਉਹਨੂੰ ਫਾਈਲ ਨੂੰ ਸਰਚ ਕਰਦਾ ਹੈ। ਸੋ ਅਸੀਂ ਉਹਨੂੰ ਕਹਿੰਦੇ ਆ ਕਿ ਇਹ ਫਾਈਲ ਹੈ ਜੀ, ਠੀਕ ਹੈ। ਐਂਡ ਦੈਨ ਹੀ ਸੇ ਡੈਸਟੀਨੇਸ਼ਨ, ਜਿਹੜੀ ਤੁਹਾਡੀ USB ਡਰਾਈਵ ਉਹ ਕਿੱਥੇ ਹੈ। ਜਿਹੜੀ ਤੁਹਾਡੀ ਡੈਸਟੀਨੇਸ਼ਨ ਡਰਾਈਵ ਹੈ, ਜਿਹੜੀ ਤੁਸੀਂ USB ਅਟੈਚ ਕੀਤੀ ਹੋਏਗੀ, ਉਹ ਇੱਥੇ ਸ਼ੋ ਕਰੇਗੀ। ਐਂਡ ਆਫਟਰ ਦੈਟ ਯੂ ਸੇ ਸਟਾਰਟ ਇਟ। ਜੋ ਤੁਸੀਂ ਸਟਾਰਟ ਕਰੋਗੇ ਉਸ ਤੋਂ ਬਾਅਦ ਇੱਕ ਮੈਸੇਜ ਆਏਗਾ ਪਿੰਗ ਆਪਰੇਸ਼ਨ ਕੰਪਲੀਟਡ। ਓਕੇ, ਇਸ ਤਰੀਕੇ ਦੇ ਨਾਲ ਅਸੀਂ ਇੱਕ USB ਜਿਹੜੀ ਡਰਾਈਵ ਹੈ ਉਹਨੂੰ ਅਸੀਂ ਬੂਟੇਬਲ ਬਣਾ ਲਿਆ। ਅਸੀਂ ਆਪਰੇਟਿੰਗ ਸਿਸਟਮ ਜਿਹੜਾ ਆ ਉਹ ਕਾਲੀ ਲਿਨਕਸ ਯੂਜ਼ ਕਰਾਂਗੇ। ਤੁਸੀਂ ਕਾਲੀ ਲਿਨਕਸ ਨੂੰ ਤੁਸੀਂ ਗਾਇਜ਼ ਅਸੀਂ ਆਪਣੇ ਉਦਾਹਰਣ ਦੇ ਵਿੱਚ, ਆਪਣੀ ਐਗਜ਼ਾਮਪਲਸ ਦੇ ਵਿੱਚ ਅਸੀਂ ਕਾਲੀ ਲਿਨਕਸ ਯੂਜ਼ ਕਰਾਂਗੇ। ਓਕੇ, ਸੋ ਤੁਸੀਂ ਕੀ ਕਰ ਸਕਦੇ ਹੋ, ਜਿੱਦਾਂ ਮੈਂ ਪਹਿਲੇ ਦੱਸਿਆ ਕਿ ਲਿਨਕਸ ਇਜ਼ ਫ੍ਰੀ ਸੌਫਟਵੇਅਰ, ਕੋਈ ਵੀ ਜਿਹੜਾ ਡਾਊਨਲੋਡ ਕਰਕੇ ਇੰਸਟਾਲ ਕਰਕੇ ਚਲਾ ਸਕਦਾ ਹੈ। ਤੁਸੀਂ ਕਾਲੀ ਦੀ ਵੈਬਸਾਈਟ ਤੇ ਜਾ ਕੇ kali.org, ਓਕੇ, ਉੱਥੇ ਜਾ ਕੇ ਜਿੱਦਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਡਾਊਨਲੋਡ ਕਾਲੀ ਲਿਨਕਸ। ਓਕੇ, ਇਹ ਦੇਖੋ ਕਾਲੀ ਲਿਨਕਸ ਦਾ ਲੇਟੈਸਟ ਵਰਜ਼ਨ ਤੁਸੀਂ ਇੰਸਟਾਲ ਕਰ ਸਕਦੇ ਹੋ। ਇਹ ਦੇਖੋ ਇੰਸਟਾਲ ਕਰਨਾ ਸ਼ੁਰੂ ਕਰ ਦਿੱਤਾ ਉਹਨੇ। ਓਕੇ, ਸੋ ਕਾਲੀ ਲਿਨਕਸ ਦਾ ISO ਇੰਸਟਾਲ ਕਰਕੇ, ਡਾਊਨਲੋਡ ਕਰਕੇ, ਤੁਸੀਂ ਕੋਈ ਟੂਲ ਯੂਟਿਲਾਈਜ਼ ਕਰਕੇ, ਜਿੱਦਾਂ ਮੈਂ ਪਾਵਰ ISO ਦੀ ਐਗਜ਼ਾਮਪਲ ਦਿੱਤੀ ਹੈ, ਅਸੀਂ ਇੱਕ ਬੂਟੇਬਲ USB ਫਲੈਸ਼ ਡਰਾਈਵ ਕ੍ਰੀਏਟ ਕਰ ਲੈਂਦੇ ਹਾਂ। ਐਂਡ ਦੈਟ ਔਰ ਉਹ ਸਾਡਾ ਇੱਕ ਟੂਲ ਬਣ ਜਾਂਦਾ ਹੈ, ਉਹ ਸਾਡੀ ਇੱਕ ਲਾਈਵ CD ਬਣ ਜਾਂਦੀ ਹੈ। ਓਕੇ, ਲਾਈਵ CD ਬੂਟ ਕਰਨ ਵਾਸਤੇ। ਹੁਣ ਅਸੀਂ ਰੈਡੀ ਹੋ ਗਏ ਆਪਣਾ ਕੰਪਿਊਟਰ ਬੂਟ ਕਰਨ ਵਾਸਤੇ। ਕੋਈ ਵੀ ਕੰਪਿਊਟਰ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ, ਪੁਰਾਣਾ ਨਵਾਂ ਛੋਟਾ ਵੱਡਾ, ਜਿਹਦੇ ਵਿੱਚ ਤੁਸੀਂ USB ਡਰਾਈਵ ਦੇ ਨਾਲ ਆਪਣੀ USB ਜਿਹੜੀ ਤੁਸੀਂ ਬਰਨ ਕੀਤੀ ਹੈ, ਜਿਹੜਾ ਤੁਸੀਂ ਟੂਲ ਤਿਆਰ ਕੀਤਾ ਹੈ, ਬੂਟੇਬਲ ਤਿਆਰ ਕੀਤੀ ਹੈ, ਉਹਨੂੰ ਤੁਸੀਂ ਪਲੱਗ ਇਨ ਕਰਕੇ ਐਂਡ ਆਪਣਾ PC ਜਿਹੜਾ ਆ, ਆਪਣਾ ਕੰਪਿਊਟਰ ਜਿਹੜਾ ਆ, ਉਹਨੂੰ ਤੁਸੀਂ ਬੂਟ ਕਰੋਗੇ USB ਡਰਾਈਵ ਤੋਂ। ਓਕੇ, USB ਡਰਾਈਵ ਤੋਂ ਜਦੋਂ ਤੁਸੀਂ ਆਪਣਾ PC USB ਡਰਾਈਵ ਤੋਂ ਬੂਟ ਕਰੋਗੇ, ਉਸ ਤੋਂ ਬਾਅਦ ਤੁਹਾਡੇ ਕੋਲ ਸਕਸੈਸਫੁਲ ਲਾਈਵ ਰਨਿੰਗ ਵਰਜ਼ਨ ਆਫ ਆਪਰੇਟਿੰਗ ਸਿਸਟਮ ਆ ਜਾਣਾ ਚਾਹੀਦਾ ਲਿਨਕਸ ਦਾ। ਓਕੇ ਗਾਇਜ਼, ਅਗਰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਬੂਟਿੰਗ ਦੇ ਵਿੱਚ ਜਾਂ ਤੁਸੀਂ ਕੋਈ ਟਰਬਲ ਸ਼ੂਟ ਕਰਨਾ ਚਾਹੁੰਦੇ ਹੋ, ਪਲੀਜ਼ ਲੌਗ ਇਨ ਟੂ www.forum.luckykonnections.com forum.luckykonnections.com। ਤੁਸੀਂ ਆਪਣੀ ਕੋਈ ਵੀ ਟਰਬਲ ਸ਼ੂਟ ਦੀ ਕਿਊਰੀ ਬੂਟਿੰਗ ਦੇ ਪ੍ਰੋਸੈਸ ਦੇ ਰਿਲੇਟਡ ਪਾ ਸਕਦੇ ਹੋ, ਅਸੀਂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। Thank you girls and guys. I see you in next session.